ਐਫ ਨਿਊਜ਼ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ। ਬੰਟੀ ਰਮਾਣਾ ਦੇ ਵਿਧਾਇਕ ਕਿੱਕੀ ਢਿੱਲੋਂ ਤੇ ਲਾਏ ਦੋਸ਼ਾਂ ਦਾ ਯੂਥ ਕਾਂਗਰਸੀਆਂ ਨੇ ਦਿੱਤਾ ਜਵਾਬ। ਬੰਟੀ ਰਮਾਣਾ ਨੇ ਟੈਕਸ ਦੇ 78 ਲੱਖ ਵਿੱਚੋਂ 15 ਲੱਖ ਤਾਰਿਆ, ਬਾਕੀ ਕੌਣ ਤਾਰੂ? ਕਾਂਗਰਸੀਆਂ ਨੇ ਬੰਟੀ ਰਮਾਣਾ ਦੇ ਖੋਲੇ ਭੇਦ। ਫਰੀਦਕੋਟ ਦੀ ਸਿਆਸਤ ਪਿਛਲੇ ਕੁਝ ਦਿਨਾਂ ਤੋਂ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਪਿਛਲੇ ਦਿਨੀ ਕਿੱਕੀ ਢਿੱਲੋਂ ਵੱਲੋਂ ਬੰਟੀ ਰਮਾਣਾ ਤੇ ਲਾਏ ਦੋਸ਼ਾਂ ਤੋਂ ਬਾਅਦ ਬੰਟੀ ਰਮਾਣਾ ਨੇ ਪ੍ਰੈਸ ਵਾਰਤਾ ਜਰੀਏ ਕਿੱਕੀ ਢਿੱਲੋਂ ਤੇ ਅਕਾਲੀ ਦਲ 'ਚ ਰਹਿੰਦਿਆਂ ਅਖਬਾਰ ਜਰੀਏ ਮਾਫੀ ਮੰਗ ਕੇ ਫਰੀਦਕੋਟ ਤੋਂ ਲਈ ਟਿਕਟ ਦਾ ਪਰਦਾਫਾਸ਼ ਕੀਤਾ ਸੀ। ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰਮਾਣਾ ਵੱਲੋਂ ਵਿਧਾਇਕ ਤੇ ਲਾਏ ਦੋਸ਼ਾਂ ਤੋਂ ਬਾਅਦ ਅੱਜ ਫਰੀਦਕੋਟ ਜ਼ਿਲ੍ਹੇ ਦੇ ਯੂਥ ਕਾਂਗਰਸੀ ਵੀ ਮੈਦਾਨ 'ਚ ਕੁੱਦ ਪਏ ਹਨ। ਅੱਜ ਫਰੀਦਕੋਟ ਦੇ ਕਾਂਗਰਸ ਭਵਨ ਵਿੱਚ ਯੂਥ ਕਾਂਗਰਸੀਆਂ ਨੇ ਪ੍ਰੈਸ ਵਾਰਤਾ ਦੌਰਾਨ ਬੰਟੀ ਰਮਾਣਾ ਤੇ ਰੱਜ ਕੇ ਭੜਾਸ ਕੱਢਦਿਆਂ ਕਿਹਾ ਕਿ ਬੰਟੀ ਰਮਾਣਾ ਪਹਿਲਾਂ ਆਪਣੀਆਂ ਬੱਸਾਂ ਦਾ ਰਹਿੰਦਾ 78 ਲੱਖ ਰੁਪਏ ਦਾ ਟੈਕਸ ਪੂਰਾ ਦੇਵੇ। ਪੰਜਾਬ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਸੂਬਾ ਸਕੱਤਰ ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਬੰਟੀ ਰਮਾਣਾ ਨੇ ਪਿਛਲੇ ਦਿਨੀ ਇੱਕ ਪ੍ਰੈਸ ਵਾਰਤਾ 'ਚ ਕਿਹਾ ਸੀ ਕਿ ਉਸਨੇ ਆਪਣਾ ਰਹਿੰਦਾ ਪੂਰਾ ਟੈਕਸ ਅਦਾ ਕਰ ਦਿੱਤਾ ਹੈ, ਬਲਕਿ ਯੂਥ ਕਾਂਗਰਸੀਆਂ ਨੇ ਅੱਜ ਦੱਸਿਆ ਕਿ 78 ਵਿੱਚੋਂ ਸਿਰਫ 15 ਲੱਖ ਹੀ ਅਦਾ ਕੀਤਾ ਹੈ। ਇਸ ਮੌਕੇ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਸੂਬਾ ਸਕੱਤਰ ਬਲਕਰਨ ਸਿੰਘ ਨੰਗਲ ਨੇ ਹੋਰ ਕੀ ਕਿਹਾ, ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੀ ਇਹ ਰਿਪੋਰਟ। ਪਹਿਲਾਂ ਤਾਂ ਤੁਹਾਡਾ ਸਾਰੇ ਪੱਤਰਕਾਰ ਸਾਥੀਆਂ ਦਾ ਅਸੀਂ ਪੰਜਾਬ ਯੂਥ ਕਾਂਗਰਸ ਵੱਲੋਂ, ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸੱਦੇ ਤੇ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ 'ਚ ਆਏ ਹੋ। ਮੇਰੇ ਨਾਲ ਸਾਡੇ ਯੂਥ ਕਾਂਗਰਸ ਦੇ ਸਾਰੇ ਅਹੁਦੇਦਾਰ ਸਾਹਿਬਾਨ ਹਾਜ਼ਰ ਨੇ ਇੱਥੇ। ਅਸੀਂ ਪਿਛਲੇ ਕਾਫੀ ਸਮੇਂ ਤੋਂ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਕੋਈ ਵੀ ਗਤੀਵਿਧੀ ਨਹੀਂ ਕੀਤੀ ਕਿਉਂਕਿ ਸਾਡੇ ਸਾਥੀ, ਸਾਡੇ ਆਗੂ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਗੁਰਲਾਲ ਪਹਿਲਵਾਨ ਜੀ ਉਹ ਸਾਡੇ ਵਿਚਕਾਰ ਨਹੀਂ ਰਹੇ। ਇਸ ਕਰਕੇ ਅਸੀਂ ਸਾਰੇ ਦੁੱਖ ਦੇ ਆਲਮ 'ਚ ਸੀ ਔਰ ਅਸੀਂ ਯੂਥ ਕਾਂਗਰਸ ਵੱਲੋਂ ਕੋਈ ਵੀ ਗਤੀਵਿਧੀ ਕਰਨੀ ਠੀਕ ਨਹੀਂ ਸਮਝੀ ਔਰ ਨਾ ਹੀ ਸਾਡਾ ਮਨ ਕੀਤਾ। ਪਰ ਪਿਛਲੇ ਕੁਝ ਦਿਨਾਂ ਤੋਂ ਜੋ ਫਰੀਦਕੋਟ ਦੀ ਰਾਜਨੀਤੀ ਵਿੱਚ ਯੂਥ ਅਕਾਲੀ ਦਲ ਦੇ ਸੂਬੇ ਦੇ ਪ੍ਰਧਾਨ ਬੰਟੀ ਰਮਾਣਾ ਜੀ ਅਤੇ ਸਾਡੇ ਫਰੀਦਕੋਟ ਦੇ ਸਤਿਕਾਰਯੋਗ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜੀ, ਉਹਨਾਂ ਵਿੱਚ ਵਾਰਤਾਲਾਪ ਤੁਸੀਂ ਸਾਰਿਆਂ ਨੇ ਦੇਖੀ ਹੈ ਜੋ ਮੀਡੀਆ ਜ਼ਰੀਏ ਹੋਈ ਹੈ। ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਇੱਕ ਇੱਥੇ ਪ੍ਰੈਸ ਕਾਨਫਰੰਸ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ। ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਫਰੀਦਕੋਟ ਜ਼ਿਲ੍ਹੇ ਵਿੱਚੋਂ ਕਾਂਗਰਸ ਪਾਰਟੀ ਦੇ ਇਕਲੌਤੇ ਵਿਧਾਇਕ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜੀ ਫਰੀਦਕੋਟ ਹਲਕੇ ਤੋਂ। ਉਹਨਾਂ ਨੇ ਇਹਨਾਂ 4 ਸਾਲਾਂ ਦੌਰਾਨ 470 ਕਰੋੜ ਰੁਪਏ ਦੇ ਵਿਕਾਸ ਕਾਰਜ ਆ ਜਿਹੜੇ ਉਹ ਫਰੀਦਕੋਟ ਜ਼ਿਲ੍ਹੇ ਵਿੱਚ ਕਰਵਾਏ ਆ ਔਰ ਉਹਨਾਂ ਨੇ ਪਿਛਲੇ ਦਿਨ ਕਾਨਫਰੰਸ ਕਰਕੇ ਜਿਹੜੇ ਇੱਥੋਂ ਦੇ ਯੂਥ ਅਕਾਲੀ ਦਲ ਦੇ ਆਗੂ ਹੈ, ਇੱਥੋਂ ਯੂਥ ਅਕਾਲੀ ਦਲ ਦੀ ਟਿਕਟ ਤੇ 2017 'ਚ ਚੋਣ ਲੜੇ ਆ, ਉਹਨਾਂ ਦੀਆਂ ਜਿਹੜੀਆਂ ਪਿਛਲੇ 4-5 ਸਾਲਾਂ ਦੀਆਂ ਬਚਕਾਨਾ ਹਰਕਤਾਂ ਸੀ, ਬਚਕਾਨਾ ਉਹਨਾਂ ਦੀਆਂ ਗੱਲਾਂ ਸੀ ਔਰ ਵਾਰੀ-ਵਾਰੀ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨ ਦਾ ਉਹਨਾਂ ਦਾ ਸ਼ੌਂਕ ਸੀ, ਉਹਦਾ ਜਵਾਬ ਪਿਛਲੇ ਦਿਨਾਂ 'ਚ ਸਰਦਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜੀ ਨੇ ਬੜੇ ਢੁਕਵੇਂ ਤਰੀਕੇ ਨਾਲ ਦਿੱਤਾ। ਪਰ ਕਹਿੰਦੇ ਹੁੰਦੇ ਆ ਕਿ ਵਾਰਸ਼ਾ ਦੀ ਇੱਕ ਬਹੁਤ ਸੱਚੀ ਗੱਲ ਹੈ ਕਿ ਆਦਤਾਂ ਨਹੀਂ ਜਾਂਦੀਆਂ, ਭਾਵੇਂ ਕੱਟੀਏ ਪੋਰੀ ਜੀ। ਉਹ ਦੁਬਾਰਾ ਫੇਰ ਬੰਟੀ ਰਮਾਣਾ ਜੀ ਉਹਨਾਂ ਹੀ ਗੱਲਾਂ 'ਤੇ ਉਤਰੇ ਹੋਏ ਆ ਕਿਉਂਕਿ ਉਹ ਯੂਥ ਅਕਾਲੀ ਦਲ ਦੇ ਸੂਬੇ ਦੇ ਪ੍ਰਧਾਨ ਹੈ ਔਰ ਅਸੀਂ ਪੰਜਾਬ ਯੂਥ ਕਾਂਗਰਸ ਦੇ ਨੁਮਾਇੰਦੇ ਹਾਂ। ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਕੁਛ ਗੱਲਾਂ ਉਹਨਾਂ ਦਾ ਜਵਾਬ ਦੇਵਾਂਗੇ ਔਰ ਕੁਛ ਜਿਹੜੇ ਤੱਥ ਨੇ, ਤੱਥਾਂ ਦੇ ਆਧਾਰ 'ਤੇ ਅਸੀਂ ਉਹਨਾਂ ਨੂੰ ਸਵਾਲ ਵੀ ਕਰਨੇ ਚਾਹੁੰਦੇ ਹਾਂ। ਸਤਿਕਾਰਯੋਗ ਸਾਥੀਓ, ਬੰਟੀ ਰਮਾਣਾ ਜੀ ਨੇ ਅੱਜ ਤੱਕ ਕੋਈ ਵੀ ਚੋਣ ਨਹੀਂ ਜਿੱਤੀ ਔਰ ਉਹਨਾਂ ਨੂੰ 2017 ਵਿੱਚ ਅਕਾਲੀ ਦਲ ਨੇ
ਇੱਥੋਂ ਆਪਣਾ ਫਰੀਦਕੋਟ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਔਰ ਉਹ ਫਰੀਦਕੋਟ ਤੋਂ ਜਿਹੜੀ ਉਹਨਾਂ ਨੂੰ ਟਿਕਟ ਮਿਲੀ ਅਕਾਲੀ ਦਲ ਦੀ, ਉਹ ਸਿਰਫ ਤੇ ਸਿਰਫ ਉਹਦੀ ਇੱਕੋ ਹੀ ਵਜ੍ਹਾ ਸੀ ਕਿ ਪਿਛਲੇ ਆਪਦੇ ਉਹ ਸਿਆਸੀ ਕੈਰੀਅਰ 'ਚ ਜਦੋਂ ਦੇ ਲੱਗੇ ਹੋਏ ਆ, ਉਹਨਾਂ ਦਾ ਇੱਕੋ ਹੀ ਕੰਮ ਹੈ ਕਿ ਉਹਨਾਂ ਨੇ ਫਰੀਦਕੋਟ ਦੇ ਵਿਕਾਸ ਕਾਰਜਾਂ 'ਚ ਬੇਸ਼ੱਕ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਦੋਂ ਵੀ ਔਰ ਹੁਣ ਵੀ ਪਿਛਲੇ 4 ਸਾਲਾਂ ਤੋਂ ਹਮੇਸ਼ਾ ਹੀ ਵਿਕਾਸ ਕਾਰਜਾਂ 'ਚ ਉਹਨਾਂ ਨੇ ਅੜਿੱਕੇ ਡਾਉਣ ਦੀ ਕੋਸ਼ਿਸ਼ ਕੀਤੀ ਆ ਔਰ ਅੜਿੱਕੇ ਡਾਉਂਦੇ ਰਹੇ ਆ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਉਹਨਾਂ ਦਾ ਹਮੇਸ਼ਾ ਹੀ ਬੇਵਜ੍ਹਾ, ਬੇਲੋੜਾ, ਬੇਤਰਕਾ ਵਿਰੋਧ ਕਰਕੇ ਔਰ ਉਹਨਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀਆਂ ਸ਼ਿਕਾਇਤਾਂ ਕਰਕੇ ਤੇ ਵੱਡੀਆਂ ਵੱਡੀਆਂ ਬਾਹਾਂ ਖਿਲਾਰ ਕੇ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਜੀ, ਉਹਨਾਂ ਦੇ ਮੂਹਰੇ ਨੰਬਰ ਬਣਾਉਣ ਦੀ ਖਾਤਰ ਹੈ ਜਿਹੜਾ ਉਹ ਕੁਸ਼ਲਦੀਪ ਸਿੰਘ ਜੀ ਦਾ ਬੇਵਜ੍ਹਾ ਵਿਰੋਧ ਕਰਕੇ ਔਰ ਝੂਠੀਆਂ ਸ਼ਿਕਾਇਤਾਂ ਕਰਕੇ ਆਪਦੀ ਜਿਹੜੀ ਹੈ ਅਕਾਲੀ ਦਲ ਦੇ ਆਪਦੇ ਆਗੂਆਂ ਦੀ ਚਮਚਾਗਰੀ ਕਰਕੇ ਆਪਦੀ 2017 ਦੀ ਜਿਹੜੀ ਉਹਨਾਂ ਨੇ ਉਮੀਦਵਾਰੀ ਅਕਾਲੀ ਦਲ ਦੀ ਲਈ ਸੀ। ਔਰ ਹੁਣ ਵੀ ਕਿਉਂਕਿ ਉਹਨਾਂ ਦੀ ਜਦੋਂ 2017 'ਚ ਉਹਨਾਂ ਨੂੰ ਉਮੀਦਵਾਰੀ ਮਿਲੀ ਆ ਤਾਂ ਉਦੋਂ ਜਿਹੜਾ ਇੱਥੋਂ ਫਰੀਦਕੋਟ ਦੇ ਉਹਨਾਂ ਦੇ ਮੌਜੂਦਾ ਵਿਧਾਇਕ ਸੀ ਅਕਾਲੀ ਦਲ ਦੇ ਦੀਪ ਮਲਹੋਤਰਾ, ਉਹਨਾਂ ਦੀ ਟਿਕਟ ਕੱਟ ਕੇ ਇਹਨਾਂ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੀ। ਔਰ ਇਹਨਾਂ ਨੂੰ ਹੁਣ ਵੀ ਬੰਟੀ ਰਮਾਣਾ ਜੀ ਨੂੰ ਖਤਰਾ ਜਾਪਦਾ ਕਿ ਜਿਹੜਾ 2022 ਦੇ ਵਿੱਚ ਇਲੈਕਸ਼ਨ ਆਉਣ ਵਾਲਾ ਹੈ ਤੇ ਅਕਾਲੀ ਦਲ ਕਿਧਰੇ ਉਹਨਾਂ ਦੀ ਟਿਕਟ ਨਾ ਕੱਟ ਦੇਵੇ। ਇਸ ਕਰਕੇ ਜਿਹੜੇ ਉਹ ਬੁਖਲਾਹਟ 'ਚੋਂ ਆ ਕੇ ਜਿਹੜੇ ਫਰੀਦਕੋਟ ਦੇ ਵਿਕਾਸ ਕਾਰਜਾਂ ਦੀਆਂ ਝੂਠੀਆਂ ਸ਼ਿਕਾਇਤਾਂ ਉਹਨਾਂ ਨੇ ਇਸ ਤੋਂ ਪਹਿਲਾਂ ਜਿੱਦੇ ਹੋਣਾ ਪ੍ਰੈਸ ਕਾਨਫਰੰਸ ਕੀਤੀ ਹੈ, ਤੁਹਾਨੂੰ ਉਹਦੇ ਉਹਨਾਂ ਨੇ ਕਿਹਾ ਕਿ ਅਸੀਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਆ। ਇਸ ਤੋਂ ਪਹਿਲਾਂ ਵੀ ਮੈਂ ਦੱਸ ਦਿਆਂਗਾ ਕਿ ਉਹਨਾਂ ਨੇ 4 ਵਾਰ ਜਿਹੜੀ ਆ ਉਹ ਸ਼ਿਕਾਇਤ ਕੀਤੀ ਹੈ ਫਰੀਦਕੋਟ ਹਲਕੇ ਦੇ ਵਿਕਾਸ ਦੇ ਕੰਮਾਂ ਦੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੇ ਇੱਕ ਸਾਦਕ ਇਲਾਕੇ ਦੇ ਬੰਟੀ ਰਮਾਣੇ ਦੇ ਇੱਕ ਚਮਚੇ ਨੇ ਸ਼ਿਕਾਇਤ ਕੀਤੀ ਸੀ, ਜਿਹਦੇ ਤੇ ਇਨਕੁਆਇਰੀ ਹੋਈ, ਉਹ ਸ਼ਿਕਾਇਤ ਝੂਠੀ ਹੋਈ। ਉਸ ਤੋਂ ਬਾਅਦ ਦੂਜੀ ਵਾਰੀ ਪਰਮਬੰਸ ਸਿੰਘ ਬੰਟੀ ਰਮਾਣਾ ਨੇ ਆਪਦੇ ਵੱਲੋਂ ਸ਼ਿਕਾਇਤ ਕੀਤੀ, ਉਸ ਤੋਂ ਬਾਅਦ ਉਹ ਵੀ ਝੂਠੀ ਸਾਬਤ ਹੋਈ ਇਨਕੁਆਇਰੀ ਕਰਨ ਉਪਰੰਤ। ਫਿਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਅਕਾਲੀ ਦਲ ਅਤੇ ਸੰਸਦ ਮੈਂਬਰ ਫਿਰੋਜ਼ਪੁਰ ਹੋਣ ਦੇ ਨਾਤੇ ਉਹਨਾਂ ਨੇ ਸੁਖਬੀਰ ਬਾਦਲ ਦੀ ਲੈਟਰ ਹੈਡ ਤੇ ਸੈਂਟਰ ਗਵਰਨਮੈਂਟ ਨੂੰ ਸ਼ਿਕਾਇਤ ਕੀਤੀ, ਜਿਹਦੇ ਤੇ ਫਿਰ ਇਨਕੁਆਇਰੀ ਹੋਈ ਔਰ ਉਹ ਸ਼ਿਕਾਇਤ ਫਿਰ ਝੂਠੀ ਸਾਬਤ ਹੋਈ। ਉਸ ਤੋਂ ਬਾਅਦ ਚੌਥੀ ਵਾਰੀ ਇਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਲੈਟਰ ਪੈਡ ਤੇ ਬਤੌਰ ਕੇਂਦਰੀ ਮੰਤਰੀ ਹੁੰਦਿਆਂ ਉਹਨਾਂ ਨੇ ਇਕੱਲੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਸ਼ਿਕਾਇਤ ਕੀਤੀ ਔਰ ਉਹਦੇ ਤੇ ਫਿਰ ਕੇਂਦਰ ਦੀ ਟੀਮ ਬਣ ਕੇ ਆਈ ਔਰ ਉਹਦੀ ਇਨਕੁਆਇਰੀ ਹੋਈ, ਜਾਂਚ ਹੋਈ ਤੇ ਉਹ ਇਹਨਾਂ ਦੀ ਜਿਹੜੀ ਸ਼ਿਕਾਇਤ ਆ ਉਹ ਵੀ ਝੂਠੀ ਸਾਬਤ ਹੋਈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹਣਾ, ਕਿਉਂਕਿ ਵਾਰ-ਵਾਰ ਸ਼ਿਕਾਇਤਾਂ ਕਰਕੇ ਇਹਨਾਂ ਦਾ ਜਿਹੜਾ ਮਕਸਦ ਸੀ ਉਹ ਮਕਸਦ ਇਹ ਸੀ ਕਿਉਂਕਿ ਇਹਨਾਂ ਨੇ 10 ਸਾਲ ਸੱਤਾ ਦੇ ਵਿੱਚ ਰਹੇ ਆ ਔਰ 10 ਸਾਲ ਇਹ ਬੰਟੀ ਰਮਾਣਾ ਜੀ ਇੱਥੇ ਅਲੱਗ-ਅਲੱਗ ਅਹੁਦਿਆਂ 'ਤੇ ਇਹਨਾਂ ਨੇ ਸੱਤਾ ਦਾ ਆਨੰਦ ਮਾਣਿਆ। ਬਿਲਕੁਲ ਵੀ ਇੱਕ ਪੈਸੇ ਦਾ ਵਿਕਾਸ ਕਾਰਜ ਨਹੀਂ ਕਰਵਾਇਆ ਫਰੀਦਕੋਟ ਦਾ। ਹਮੇਸ਼ਾ ਜੇ ਕੋਈ ਫਰੀਦਕੋਟ ਦਾ ਵਿਕਾਸ ਕਾਰਜ ਹੋਇਆ ਤਾਂ ਉਹਦੇ ਵਿੱਚ ਇਹਨਾਂ ਨੇ ਅੜਿੱਕੇ ਡਾਏ, ਜਿਹਦੀ ਬਦੌਲਤ ਇਹਨਾਂ ਨੂੰ 2017 ਦੀਆਂ ਚੋਣਾਂ ਦੇ ਵਿੱਚ ਤੀਜੇ ਥਾਂ ਰਹਿਣ ਦਾ ਇਹਨਾਂ ਨੂੰ ਮੂੰਹ ਦੇਖਣਾ ਪਿਆ, ਹਾਰ ਦਾ, ਔਰ ਤੀਜੇ ਥਾਂ 'ਤੇ ਇਹ ਫਰੀਦਕੋਟ ਦੇ ਲੋਕਾਂ ਨੇ ਇਹਨਾਂ ਨੂੰ ਪਹੁੰਚਾਇਆ। ਉਸ ਦੇ ਦੌਰਾਨ ਜਿਹੜਾ ਹਾਰ ਤੋਂ ਬਾਅਦ ਇਹਨਾਂ ਦਾ ਫਿਰ ਕੰਮ ਸ਼ੁਰੂ ਹੋਇਆ, ਜਿਹੜਾ ਸ਼ਿਕਾਇਤਾਂ ਦਾ ਮੈਂ ਤੁਹਾਨੂੰ ਦੱਸ ਚੁੱਕਿਆ। ਔਰ ਹੁਣ ਜਿਹੜਾ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਢਿੱਲੋਂ ਸਾਹਿਬ ਦੀ ਪ੍ਰੈਸ ਕਾਨਫਰੰਸ ਦਾ ਜਵਾਬ ਦਿੱਤਾ ਤਾਂ ਉਹਦੇ ਵਿੱਚ ਇਹਨਾਂ ਨੂੰ ਹਾਲਾਂਕਿ ਆਪਣੇ ਪੱਤਰਕਾਰ ਸਾਥੀਆਂ ਨੇ ਸਵਾਲ ਵੀ ਕੀਤਾ, ਬੜੇ ਇਹਨਾਂ ਨੂੰ ਕਾਗਜ਼ ਦਿਖਾਉਣ ਦਾ ਸ਼ੌਂਕ ਹੈ ਕਿਉਂਕਿ ਇਹਨਾਂ ਦੀਆਂ ਗੱਲਾਂ 'ਤੇ ਲੋਕ ਇਤਬਾਰ ਨਹੀਂ ਕਰਦੇ, ਇਸ ਕਰਕੇ ਵਾਰ-ਵਾਰ ਕਾਗਜ਼ ਚੱਕ ਕੇ ਵਾਰ-ਵਾਰ ਕੋਈ ਹੋਰ ਇੱਧਰੋਂ ਉੱਧਰੋਂ ਗੱਲਾਂ ਵੀਡੀਓ ਕੱਢ ਕੇ ਜਾਂ ਪੁਰਾਣੀਆਂ ਕੋਈ ਫੋਟੋਆਂ ਕੱਢ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਨਾਲ ਇਹ ਆ ਕਿ ਸ਼ਾਇਦ ਕਿਤੇ ਨਾ ਕਿਤੇ ਅਸੀਂ ਝੂਠੇ ਕਿਸੇ ਗੱਲ ਨੂੰ ਕੋਈ ਝੂਠੇ ਸੱਚੇ ਕਾਗਜ਼ ਵਿਖਾ ਕੇ ਲੋਕਾਂ ਦੇ ਜ਼ਿਹਨ 'ਚ ਬਿਠਾ ਸਕੀਏ। ਪਰ ਲੋਕ ਬੜੇ ਸਿਆਣੇ ਨੇ ਬੰਟੀ ਰਮਾਣਾ ਜੀ, ਔਰ ਲੋਕਾਂ ਨੇ ਤੁਹਾਨੂੰ ਤੁਹਾਡਾ ਜਿਹੜਾ ਚਿਹਰਾ ਉਹ 2017 ਦੀਆਂ ਚੋਣਾਂ ਦੇ ਵਿੱਚ ਚੰਗੀ ਤਰ੍ਹਾਂ ਦਿਖਾਇਆ ਔਰ ਤੁਹਾਨੂੰ ਤੀਸਰੀ ਥਾਂ 'ਤੇ ਜਿਹੜਾ ਪਹੁੰਚਾਇਆ। ਔਰ ਮੈਂ ਅੱਜ ਤੁਹਾਡਾ ਜਿਹੜਾ ਉਹਦੇ ਸਵਾਲ ਸੀ ਇਹਨਾਂ ਦੀ ਪ੍ਰੈਸ ਕਾਨਫਰੰਸ ਵਿੱਚ, ਉਹਦੇ ਵਿੱਚ ਤੁਸੀਂ ਇਹਨਾਂ ਨੂੰ ਸਵਾਲ ਕੀਤਾ ਸੀ ਤਾਂ ਇਹਨਾਂ ਨੇ ਉਹਦਾ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਕਿਉਂਕਿ ਇਹਨਾਂ ਦੀ ਇੱਕ ਟਰਾਂਸਪੋਰਟ ਸੀਗੀ ਆਪਣੀ ਔਰ ਉਸ ਟਰਾਂਸਪੋਰਟ ਨੂੰ ਜਿਹੜਾ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ
31/3/2018 ਤੱਕ 98 ਲੱਖ ਰੁਪਏ ਦਾ ਜਿਹੜਾ ਇਹਨਾਂ ਦੀ ਫੈਮਿਲੀ ਦੀ ਜਿਹੜੀ ਟਰਾਂਸਪੋਰਟ ਸੀ ਘਰੇਲੂ, ਉਹਦਾ 98 ਲੱਖ ਰੁਪਈਆ ਬਕਾਇਆ ਸੀਗਾ, ਜਿਹੜਾ ਇਹਨਾਂ ਨੇ ਨਹੀਂ ਭਰਿਆ। ਔਰ ਹੁਣ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਆਈ, ਜਦੋਂ ਲੋਕਾਂ ਦੇ ਵਿੱਚ ਇਸ ਗੱਲ ਦਾ ਮੁੱਦਾ ਉੱਠਿਆ ਕਿ ਇਹਨਾਂ ਨੇ ਪੰਜਾਬ ਸਰਕਾਰ ਦਾ ਟੈਕਸ ਨਹੀਂ ਭਰਿਆ, ਟੈਕਸ ਚੋਰੀ ਕੀਤਾ, ਤਾਂ ਇਹਨਾਂ ਨੇ 24/1/20 ਨੂੰ ਇੱਕ ਇਹਨਾਂ ਨੇ ਅਪੀਲ ਜਿਹੜੀ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਪਾਈ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ 2001 ਤੋਂ ਲੈ ਕੇ 2020 ਤੱਕ 20 ਸਾਲਾਂ ਦੌਰਾਨ ਸਾਡੀ ਜਿਹੜੀ RTA ਦਫ਼ਤਰ ਜਾਂ ਇਸ ਤੋਂ ਪਹਿਲਾਂ ਜਿਹੜਾ DTO ਦਫ਼ਤਰ ਫਰੀਦਕੋਟ ਰਿਹਾ, 20 ਸਾਲਾਂ ਦੌਰਾਨ ਸਾਡੀ ਉਹਦੇ 'ਚ ਸੁਣਵਾਈ ਨਹੀਂ ਹੋਈ। ਔਰ ਜਿਹੜਾ ਸਾਡਾ ਟੈਕਸ ਹੈ ਜਾਂ ਜਿਹੜਾ ਟੈਕਸ ਦੇ ਉੱਤੇ ਵਿਆਜ ਲੱਗਾ ਉਹਨੂੰ ਮੁਆਫ ਕੀਤਾ ਜਾਵੇ। ਇਹ ਇਹਨਾਂ ਨੇ ਅਪੀਲ ਤਾਂ ਪਾਈ ਔਰ ਵਾਰ-ਵਾਰ ਆਪਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਣਖ ਦੀ ਗੱਲ ਕਰਦੇ ਆ। ਔਰ ਇਹਨਾਂ ਦੀ ਅਣਖ ਦੀ ਅਸਲੀਅਤ ਇਹ ਆ ਕਿ ਇਹਨਾਂ ਨੇ ਵਾਰ-ਵਾਰ ਜਾ ਕੇ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਪੈਰਾਂ ਨੂੰ ਹੱਥ ਲਾਏ ਔਰ ਵਾਰ-ਵਾਰ ਜਾ ਕੇ ਉਹਨਾਂ ਦੇ ਗੋਡਿਆਂ 'ਚ ਜਿਹੜੇ ਆ ਉਹ ਆਪਦਾ ਮੱਥਾ ਟੇਕਿਆ ਕਿ ਸਾਡੇ ਜਿਹੜੇ ਪਰਿਵਾਰ ਦੇ ਉੱਤੇ 98 ਲੱਖ ਰੁਪਏ ਦਾ ਟੈਕਸ ਹੈ ਇਹਨੂੰ ਮਾਫ ਕੀਤਾ ਜਾਵੇ। ਸਾਡੀ ਜਿਹੜੀ ਅਪੀਲ ਆ ਉਹ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦੇ ਵਿੱਚ ਪੈਂਡਿੰਗ ਹੈ। ਔਰ ਮੁੱਖ ਮੰਤਰੀ ਜੀ ਦੇ ਨਾਲ ਇਹਨਾਂ ਨੇ ਵਾਰ-ਵਾਰ ਜਾ ਕੇ ਮਿੰਨਤਾਂ ਕੱਢ ਕੇ ਗੋਡਿਆਂ ਨੂੰ ਹੱਥ ਲਾ ਕੇ ਉਹ ਜਿਹੜੀ ਅਪੀਲ ਹੈ ਉਹਦੇ 'ਤੇ ਉਸ ਤੋਂ ਬਾਅਦ ਜਿਹੜਾ ਫਰੀਦਕੋਟ ਦੇ RTA ਦਫ਼ਤਰ ਨੇ 11/3/2020 ਨੂੰ ਪਿਛਲੇ ਸਾਲ ਜਿਹੜਾ ਫੈਸਲਾ ਕੀਤਾ, ਉਸ ਫੈਸਲੇ ਦੇ ਵਿੱਚ ਇਹਨਾਂ ਦਾ ਜਿਹੜਾ 98 ਲੱਖ ਰੁਪਏ ਦਾ ਟੈਕਸ ਸੀ ਉਹਨੂੰ ਘਟਾ ਕੇ 76,28,000 ਰੁਪਈਆ 11/3/20 ਦੇ ਹੁਕਮਾਂ ਦੇ ਵਿੱਚ RTA ਦੇ ਇਹਨਾਂ ਨੂੰ ਉਹ ਕਰਤਾ। ਜਿਹੜਾ ਇਹਨਾਂ ਦਾ ਉਹ ਟੈਕਸ ਸੀਗਾ ਉਹਨਾਂ ਨੇ 98 ਲੱਖ ਤੋਂ ਘਟਾ ਕੇ 76 ਲੱਖ ਰੁਪਈਆ ਕਰਤਾ। ਤੁਸੀਂ ਇਹਨਾਂ ਨੂੰ ਪਿਛਲੀ ਪ੍ਰੈਸ ਕਾਨਫਰੰਸ ਸਵਾਲ ਕੀਤਾ ਸੀ ਤਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹ ਟੈਕਸ ਭਰਤਾ ਔਰ ਉਹ ਟੈਕਸ ਦੀ ਰਸੀਦ ਅਸੀਂ ਮੀਡੀਆ ਨੂੰ ਦਿਖਾ ਸਕਦੇ ਹਾਂ। ਪਰ ਬੰਟੀ ਰਮਾਣਾ ਜੀ ਨੇ ਅੱਜ ਉਸ ਦਿਨ ਆਪਦੀ ਇਹ ਰਸੀਦ ਆ ਜਿਹੜੀ ਟੈਕਸ ਭਰਨ ਦੀ ਉਹ ਤੁਹਾਨੂੰ ਨਹੀਂ ਵਿਖਾਈ। ਉਹ ਰਸੀਦ ਅੱਜ ਤੁਹਾਨੂੰ ਮੈਂ ਦਿਖਾ ਰਿਹਾ। ਉਹ ਰਸੀਦ ਹੈ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਟੈਕਸ ਪੰਜਾਬ ਸਰਕਾਰ ਨੂੰ ਪੇ ਕਰਤਾ, ਉਹ 76 ਲੱਖ ਦੀ ਬਜਾਏ ਇਹਨਾਂ ਨੇ 15 ਲੱਖ ਰੁਪਈਆ ਜਿਹੜਾ ਟੈਕਸ ਹੈ ਉਹ ਪੇ ਕੀਤਾ 29 ਜੂਨ 2020 ਨੂੰ। ਤੀਜੇ ਮਹੀਨੇ ਨੂੰ ਇਹਨਾਂ ਨੇ ਜਿਹੜਾ ਟੈਕਸ ਇਹਨਾਂ ਨੂੰ 98 ਲੱਖ ਤੋਂ ਘਟਾ ਕੇ ਉਹ 76 ਲੱਖ ਕੀਤਾ ਸੀ। ਪਰ ਫਿਰ ਵੀ ਇਹਨਾਂ ਨੇ ਸਿਰਫ ਤੇ ਸਿਰਫ 76 ਲੱਖ ਦੀ ਬਜਾਏ 15 ਲੱਖ ਰੁਪਈਆ ਜਿਹੜਾ ਉਹ ਟੈਕਸ ਭਰਿਆ। ਇਹ ਇਹਨਾਂ ਦੀ ਅਣਖ ਦੀ ਗੱਲ ਹੈ, ਇਹ ਇਹਨਾਂ ਦੇ ਲੋਕ ਆਗੂ ਹੋਣ ਦੀ ਗੱਲ ਹੈ, ਇਹ ਇਹਨਾਂ ਦੀ ਜਿਹੜੇ ਆਪਦੀ ਦਿਲ ਤੇ ਦਿਮਾਗ ਦੀ ਸੱਚਾਈ ਹੈ ਕਿ ਜੇ ਇਹਨਾਂ ਨੂੰ ਇੰਨਾ ਹੀ ਸ਼ੌਂਕ ਹੈ ਪ੍ਰੈਸ ਕਾਨਫਰੰਸ ਕਰਨ ਦਾ, ਵਾਰ-ਵਾਰ ਅਖਬਾਰਾਂ ਦੇ ਵਿੱਚ ਆਉਣ ਦਾ, ਖਬਰਾਂ 'ਚ ਆਉਣ ਦਾ, TV ਚੈਨਲਾਂ 'ਤੇ ਆਉਣ ਦਾ, ਤੇ ਮੈਂ ਸਮਝਦਾ ਕਿ ਅੱਜ ਤੱਕ ਅਸੀਂ ਯੂਥ ਕਾਂਗਰਸ ਵੱਲੋਂ ਜਾਂ ਮੈਂ ਸਮਝਦਾ ਕਿ ਫਰੀਦਕੋਟ ਦੇ ਸਤਿਕਾਰਯੋਗ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜੀ ਵੱਲੋਂ ਕਦੇ ਵੀ ਇਹਨਾਂ ਦੀਆਂ ਜਿਹੜੀਆਂ ਬਚਕਾਨਾ ਹਰਕਤਾਂ, ਬਚਕਾਨਾ ਗੱਲਾਂ ਹੈ ਉਹਨਾਂ ਦਾ ਅਸੀਂ ਜਵਾਬ ਨਹੀਂ ਦਿੱਤਾ। ਪਰ ਹੁਣ ਅਸੀਂ ਇਹਨਾਂ ਨੂੰ ਅੱਜ ਜਿਹੜਾ ਹੈ ਇਹ ਤੁਹਾਡੇ ਸਾਹਮਣੇ ਤੱਥਾਂ ਦੇ ਆਧਾਰ 'ਤੇ ਜੋ ਗੱਲਾਂ ਇਹਨਾਂ ਨਾਲ ਕੀਤੀਆਂ, ਔਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੱਧਰ ਉੱਧਰ ਗੱਲਾਂ ਕਰਨ ਦੀ ਬਜਾਏ ਇਹ ਜਿਹੜੇ ਸਹੀ ਤੱਥ ਨੇ, ਜਿਹੜੀ ਆਪਦੀ 10 ਸਾਲਾਂ ਦੀ ਪਿਛਲੀ ਇਹਨਾਂ ਦੀ ਪੰਜਾਬ ਸਰਕਾਰ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਉਹਦਾ ਜਵਾਬ ਦੇਣ। ਮੈਂ ਬੰਟੀ ਰਮਾਣਾ ਜੀ ਨੂੰ ਯਾਦ ਕਰਾਉਣਾ ਚਾਹੁੰਦਾ, ਜੇ ਇਹਨਾਂ ਨੇ ਪਿਛਲੇ 10 ਸਾਲਾਂ ਦੀ ਇਹਨਾਂ ਨੂੰ ਆਪਦੇ ਯੂਥ ਅਕਾਲੀ ਦਲ ਦੇ ਜਿਹਦੇ ਹੁਣ ਪ੍ਰਧਾਨ ਨੇ, ਜੇ ਇਹਨਾਂ ਨੂੰ ਆਪਦੀਆਂ ਉਹਨਾਂ ਯੂਥ ਅਕਾਲੀ ਦਲ ਦੀਆਂ ਕਾਰਵਾਈਆਂ ਨਹੀਂ ਪਤਾ ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਯੂਥ ਅਕਾਲੀ ਦਲ ਦਾ ਇੱਕ ਗੁੰਡਾ ਜਿਹਨੇ ਦਿਨ ਦਿਹਾੜੇ ਪੰਜਾਬ ਪੁਲਿਸ ਦੇ ਇੱਕ ਸਹਾਇਕ ਥਾਣੇਦਾਰ ਦਾ ਕਤਲ ਕੀਤਾ। ਕਿਉਂਕਿ ਉਹ ਪੰਜਾਬ ਪੁਲਿਸ ਦਾ ਇੱਕ ਸਹਾਇਕ ਵਰਦੀਧਾਰੀ ਥਾਣੇਦਾਰ ਆਪਦੀ ਧੀ ਦੀ ਪੱਤ ਬਚਾਉਣ ਲਈ ਉਸ ਗੁੰਡੇ ਨੂੰ ਰੋਕ ਰਿਹਾ ਸੀ। ਜਦੋਂ ਉਸ ਗੁੰਡੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਯੂਥ ਅਕਾਲੀ ਦਲ ਦੇ ਗੁੰਡੇ ਨੇ ਆਪਣੇ ਹਥਿਆਰ ਨਾਲ ਉਸ ਸਹਾਇਕ ਥਾਣੇਦਾਰ ਦਾ ਦਿਨ ਦਿਹਾੜੇ ਕਤਲ ਕਰਤਾ। ਕਤਲ ਕਰਕੇ ਉਹਦੀ ਲਾਸ਼ 'ਤੇ ਪੈਰ ਰੱਖ ਕੇ ਉਹਨੇ ਬਿਕਰਮ ਸਿੰਘ ਮਜੀਠੀਆ ਦੇ ਨਾਅਰੇ ਲਾਏ, ਜਿਨ੍ਹਾਂ ਦਾ ਇਹ ਅੱਜ ਬੰਟੀ ਰਮਾਣਾ ਜਿਨ੍ਹਾਂ ਦਾ ਚਮਚਾ ਬਣਿਆ ਫਿਰਦਾ, ਔਰ ਉਹਨਾਂ ਦੀ ਚਮਚਾਗਰੀ ਕਰਕੇ ਇਹਨੇ ਜਿਹੜਾ ਬੰਟੀ ਰਮਾਣੇ ਨੇ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਜਿਹੜਾ ਆਪਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ ਚਮਚਾਗਰੀ ਨਾਲ ਲਿਆ, ਉਹ ਉਸ ਬਿਕਰਮ ਮਜੀਠੀਆ ਤੋਂ ਲਿਆ ਜਿਹਦੇ 'ਤੇ ਪੂਰੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਸ਼ਰੇਆਮ ਪਤਾ ਕਿ ਜੋ ਉਹਦੇ 'ਤੇ ਦੋਸ਼ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਲੱਗਾ, ਔਰ ਉਹਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ। ਔਰ
ਫਰੀਦਕੋਟ ਦੇ ਵਿੱਚ ਤੁਸੀਂ ਸਾਰੇ ਭਲੀ ਭਾਂਤ ਜਾਣੂ ਹੈ। ਫਰੀਦਕੋਟ ਦੇ ਵਿੱਚ ਇੱਕ ਅਗਵਾ ਕਾਂਡ ਪਿਛਲੇ ਸਮੇਂ 'ਚ ਅਕਾਲੀ ਦਲ ਦੀ ਸਰਕਾਰ 'ਚ ਹੋਇਆ ਸੀ ਔਰ ਉਦੋਂ ਇਸ ਯੂਥ ਅਕਾਲੀ ਆਗੂ ਨੂੰ CIA ਸਟਾਫ ਦੇ ਵਿੱਚ ਆਪਦੀ ਹਾਜ਼ਰੀ ਲਗਾਉਣੀ ਪੈਂਦੀ ਸੀ। ਉਹਦੇ ਵਿੱਚ ਆਪਦੇ ਪ੍ਰਤੱਖ ਪ੍ਰਮਾਣ ਦੇਣ ਲਈ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ, ਪਰ ਉਦੋਂ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ, ਨੇਰ ਕਰਦੀ ਸੀ, ਇਸ ਕਰਕੇ ਕੋਈ ਇਹਨਾਂ 'ਤੇ ਕਾਰਵਾਈ ਨਹੀਂ ਹੋਈ। ਪਰ ਉਦੋਂ ਵੀ ਇਹਨਾਂ ਨੂੰ CIA ਸਟਾਫ ਬੁਲਾ ਕੇ ਉਸ ਅਗਵਾ ਕਾਂਡ ਦੇ ਵਿੱਚ ਇਸ ਯੂਥ ਅਕਾਲੀ ਦਲ ਤੋਂ ਪੁੱਛਗਿੱਛ ਹੁੰਦੀ ਰਹੀ ਆ। ਇਹਨਾਂ ਦੇ ਯੂਥ ਅਕਾਲੀ ਦਲ ਨੇ ਰੇਤਾ ਵੇਚਿਆ, ਇਹਨਾਂ ਦੇ ਯੂਥ ਅਕਾਲੀ ਦਲ ਨੇ ਮਾਫੀਆ ਬਣਾ ਕੇ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਧੰਦਾ ਕੀਤਾ, ਨਸ਼ੇ ਦੀ ਜਿਹੜੀ ਸਮਗਲਿੰਗ ਦਾ ਧੰਦਾ ਕੀਤਾ। ਇਹਨਾਂ ਦੇ ਸੈਂਕੜੇ ਯੂਥ ਅਕਾਲੀ ਦਲ ਦੇ ਇਹੋ ਜਿਹੇ ਆਗੂ ਨੇ ਜਿਨ੍ਹਾਂ ਦੇ ਵਿੱਚ ਉਹਨਾਂ 'ਤੇ ਮੁਕੱਦਮੇ ਦਰਜ ਨੇ ਔਰ ਉਹ ਜਿਹੜੇ ਮੁਕੱਦਮੇ ਉਹ ਭੁਗਤ ਰਹੇ ਨੇ।